डिविडेंड चैप्टर ਦੇ ਵਿੱਚ ਜਿਹੜਾ ਕੁਐਸਚਨ ਆਂਦਾ ਵਾ ਸਾਨੂੰ ਥਿਓਰੈਟੀਕਲ ਪੁਆਇੰਟ ਆਫ View ਨਾਲ ਉਹ ਇਹੀ ਕੁਐਸਚਨ ਆਂਦਾ ਵਾ ਕਿ what are the various factors affecting dividend, what are the various types of dividend policies and what are the various forms of dividend। ਪਹਿਲਾ ਜਿਹੜਾ ਮੈਂ ਕੁਐਸਚਨ ਅੱਜ ਤਿਆਰ ਕਰਵਾਣਾ ਇਹਦੇ ਵਿੱਚ ਅਗਰ ਆਪਾਂ ਗੱਲ ਕਰੀਏ what are the various factors affecting dividend, ਫਸਟ ਆਫ ਆਲ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਡਿਵੀਡੈਂਡ ਹੁੰਦਾ ਕੀ ਹੈ। ਤਾਂ ਪਹਿਲਾਂ ਮੈਂ ਤੁਹਾਨੂੰ ਉਹ ਦੱਸਾਂ ਕਿ ਡਿਵੀਡੈਂਡ ਹੁੰਦਾ ਕੀ ਆ। ਡਿਵੀਡੈਂਡ ਪ੍ਰੋਫਿਟ ਦਾ ਉਹ ਪਾਰਟ ਹੁੰਦਾ ਵਾ ਜਿਹੜਾ ਆਪਾਂ ਆਪਣੇ ਸ਼ੇਅਰ ਹੋਲਡਰਸ ਨੂੰ ਪ੍ਰੋਵਾਈਡ ਕਰ ਦਿੰਦੇ, ਠੀਕ ਹੈ, ਦੇ ਕਿਉਂਕਿ ਉਹਨਾਂ ਨੇ ਕੰਪਨੀ ਦੇ ਵਿੱਚ ਪੈਸਾ ਲਗਾਇਆ ਵਾ, ਇਸ ਲਈ ਉਹਨਾਂ ਨੂੰ ਪ੍ਰੋਫਿਟ ਦਾ ਕੁਝ ਪਾਰਟ ਆ ਜਿਹੜਾ ਹਿੱਸੇਦਾਰੀ ਦੇ ਤੌਰ ਤੇ ਉੱਤੇ ਦੇ ਦਿੱਤਾ ਜਾਂਦਾ, ਪ੍ਰੋਫਿਟ ਦਾ ਕੁਝ। ਦਿਸ ਇਜ਼ ਕਾਲਡ ਡਿਵੀਡੈਂਡ। ਹੁਣ ਤੁਹਾਡਾ ਡਿਵੀਡੈਂਡ ਤੁਸੀਂ ਜ਼ਿਆਦਾ ਦਓਗੇ, ਘੱਟ ਦਓਗੇ, ਬਿਲਕੁਲ ਨਹੀਂ ਦਓਗੇ, ਇਹ ਕਿੰਨਾਂ ਚੀਜ਼ਾਂ ਤੇ ਡਿਪੈਂਡ ਕਰਦਾ, ਠੀਕ ਹੈ। ਤਾਂ ਇਹਦੇ ਵਿੱਚ ਸਭ ਤੋਂ ਪਹਿਲਾਂ ਹੈਗਾ ਲੀਗਲ ਰਿਸਟ੍ਰਿਕਸ਼ਨ ਫੈਕਟਰ। ਹੁਣ ਦੇਖੋ ਬੇਟੇ ਗਵਰਨਮੈਂਟ ਨੇ ਕਈ ਲੀਗਲ ਰਿਸਟ੍ਰਿਕਸ਼ਨਸ ਆ ਜਿਹੜੀਆਂ ਲਗਾਈਆਂ ਹੋਈਆਂ ਨੇ, ਕਈ ਰੂਲਸ ਬਣਾਏ ਹੋਏ ਨੇ, ਉਹਨਾਂ ਰੂਲਸ ਦੇ ਅਕੋਰਡਿੰਗਲੀ ਤੁਹਾਨੂੰ ਚੱਲਣਾ ਪੈਂਦਾ। ਤੁਸੀਂ ਆਪਣੀ ਮਰਜ਼ੀ ਦੇ ਨਾਲ 0% ਡਿਵੀਡੈਂਡ ਪਾਲਿਸੀ ਅਡਾਪਟ ਨਹੀਂ ਕਰ ਸਕਦੇ ਕਿਉਂਕਿ ਇਦਾਂ ਸ਼ੇਅਰ ਹੋਲਡਰਸ ਨਾਲ ਗਲਤ ਹੋ ਜਾਊਗਾ। ਸੋ ਸ਼ੇਅਰ ਹੋਲਡਰਸ ਦੇ ਇੰਟਰਸਟ ਨੂੰ ਪ੍ਰੋਟੈਕਟ ਕਰਨ ਵਾਸਤੇ ਗਵਰਨਮੈਂਟ ਨੇ ਕਈ ਰੂਲਸ ਐਂਡ ਰੈਗੂਲੇਸ਼ਨਸ ਬਣਾਏ ਹੋਏ ਨੇ, ਉਹਨਾਂ ਲੀਗਲ ਰਿਸਟ੍ਰਿਕਸ਼ਨਸ ਨੂੰ ਤੁਹਾਨੂੰ ਫੋਲੋ ਕਰਨਾ ਪੈਂਦਾ ਵਾ ਤੇ ਉਹਦੇ ਅਕੋਰਡਿੰਗਲੀ ਆਪਣੀ ਡਿਵੀਡੈਂਡ ਪਾਲਿਸੀ ਆ ਜਿਹੜੀ ਉਹ ਫਰੇਮ ਕਰਨੀ ਪੈਂਦੀ ਹੈ, ਠੀਕ ਹੈ। ਦੂਸਰਾ ਪੁਆਇੰਟ ਜਿਹੜਾ ਹੈਗਾ ਬੇਟੇ, ਜਿਹੜਾ ਦੂਸਰਾ ਪੁਆਇੰਟ ਆ ਉਹ ਹੈਗਾ ਮੈਗਨੀਟਿਊਡ ਐਂਡ ਟ੍ਰੈਂਡ ਆਫ ਅਰਨਿੰਗ। ਇਹਦੇ ਵਿੱਚ ਕੀ ਹੈਗਾ ਰਾਜੇ, ਅਗਰ ਸਪੋਜ਼ ਕਰੋ ਕੋਈ ਵੀ ਕੰਪਨੀ ਆ ਜਿਹੜੀ ਸਟਾਰਟਿੰਗ ਪੁਆਇੰਟ ਆਫ View ਤੇ ਹੈਗੀ ਆ, as dividend can be paid only out of the present and past year profit, earning of the company fix the upper limit or dividend, the out of the profit present and past year profit, dividend should be generally paid out of current year profit as per the retained earning of the company। ਦੇਖੋ ਰਾਜੇ ਇਹਦੇ ਚੋਂ ਕਹਿਣਾ ਕੀ ਚਾਹੁੰਦਾ ਕਿ ਤੁਹਾਡੀ ਜਿਹੜੀ ਡਿਵੀਡੈਂਡ ਪਾਲਿਸੀ ਆ ਤੁਹਾਡੇ ਟ੍ਰੈਂਡ ਤੇ ਵੀ ਡਿਪੈਂਡ ਕਰਦੀ ਹੈ। अगर तुसी लगातार प्रॉफिट गेन कर रहे हो तो तुसी डिविडेंड अच्छा दोगे, अगर तुहाडी कंपनी स्टार्टअप आ दैन भी तुहानू डिविडेंड अच्छा देना पैंदा, लेकिन वो मुश्किल हो जाता, बट तुहानू डिविडेंड अच्छा प्रोवाइड करना पैंदा ताकि ज़्यादा तो ज़्यादा लोग तुहाडे नाल जुड़न। नैक्सट हैगा डिज़ायर एंड टाइप ऑफ शेयर होल्डर। तुहाडी कंपनी के शेयर होल्डर किद्दां दे ने, वो रैगूलर रिटर्न चाहते हैं, कई लोग हुंदे ने घट पैसा चाहते हैं लेकिन रैगूलर इंटरवल्स से चाहते हैं, कई इन्वैसटर्स हुंदे ने जिहड़े ज़्यादा पैसा चाहते हैं साल के एंड ते चाहते हैं। सो ਤੁਹਾਡੀ ਜਿਹੜੀ ਡਿਵੀਡੈਂਡ ਪਾਲਿਸੀ ਨੂੰ ਸ਼ੇਅਰ ਹੋਲਡਰਸ ਦੀ ਜਿਹੜੀ ਡਿਜ਼ਾਇਰ ਆ ਉਹ ਵੀ ਇਫੈਕਟ ਕਰਦੀ ਆ ਕਿ ਉਹ ਡਿਵੀਡੈਂਡ ਕਿੱਦਾਂ ਦਾ ਚਾਹੁੰਦੇ ਆ, ਤੁਹਾਨੂੰ ਉਦਾਂ ਦੀ ਡਿਵੀਡੈਂਡ ਪਾਲਿਸੀ ਅਡਾਪਟ ਕਰਨੀ ਪੈਣੀ। ਉਸ ਤੋਂ ਬਾਅਦ ਨੇਚਰ ਆਫ ਇੰਡਸਟਰੀਜ਼, ਕਹਿੰਦਾ ਕੁਝ ਇੰਡਸਟਰੀਜ਼ ਜਿਹੜੀਆਂ ਹੁੰਦੀਆਂ ਨੇ ਉਹਨਾਂ ਦੇ ਪ੍ਰੋਡਕਟ ਦੀ ਡਿਮਾਂਡ ਸਟੇਬਲ ਹੁੰਦੀ ਆ, ਇਸ ਲਈ ਉਹ ਰੈਗੂਲਰ ਡਿਵੀਡੈਂਡ ਦੇ ਸਕਦੀਆਂ ਨੇ। ਕੁਝ ਇੰਡਸਟਰੀਜ਼ ਹੁੰਦੀਆਂ ਨੇ ਉਹਨਾਂ ਦੇ ਪ੍ਰੋਡਕਟ ਦੀ ਡਿਮਾਂਡ ਫਲਕਚੁਏਟਿੰਗ ਹੁੰਦੀ ਆ, ਤਾਂ ਉਹਨਾਂ ਦੀ ਡਿਵੀਡੈਂਡ ਪਾਲਿਸੀ ਫਿਰ ਉਹਨਾਂ ਨੂੰ ਆਪਣੇ ਅਕੋਰਡਿੰਗਲੀ ਅਨਸਟੇਬਲ ਹੋ ਸਕਦੀ ਆ ਜਾਂ ਅਲੱਗ ਤਰ੍ਹਾਂ ਦੀ ਕਰਨੀ ਪੈਂਦੀ ਹੈ। ਨੈਕਸਟ ਹੈਗਾ ਜੀ ਏਜ ਆਫ ਦਾ ਕੰਪਨੀ। ਹੁਣ ਜਿਹੜੀ ਕੰਪਨੀ ਇਹ ਨਿਊਲੀ ਸੈਟਅਪ ਕੰਪਨੀ ਆ ਜਿਹੜੀ ਉਹਦੀ ਜਿਹੜੀ ਪੇਮੈਂਟ ਆਫ ਹੈਗੀ ਆ ਹੈਜ਼ ਟੂ ਲਿਮਿਟ ਦਾ ਪੇਮੈਂਟ ਆਫ ਡਿਵੀਡੈਂਡ। ਜਿਹੜੀ ਹੁਣ ਨਵੀਂ ਕੰਪਨੀ ਆ ਉਹਨੂੰ ਆਪਣੀ ਐਕਸਪੈਂਸ਼ਨ ਵਾਸਤੇ ਗਰੋਥ ਵਾਸਤੇ ਪੈਸਾ ਚਾਹੀਦਾ ਤਾਂ ਉਹ ਡਿਵੀਡੈਂਡ ਘੱਟ ਦਊਗੀ। ਜਿਹੜੀ ਇੱਕ ਵੈਲ ਇਸਟੈਬਲਿਸ਼ਡ ਕੰਪਨੀ ਹੈ ਜਿਹਨੇ ਬਹੁਤ ਜ਼ਿਆਦਾ ਕਮਾ ਲਿਆ ਵਾ ਉਹ ਤੁਹਾਨੂੰ ਇੱਕ ਅੱਛਾ ਡਿਵੀਡੈਂਡ ਪੇ ਆਊਟ ਕਰ ਸਕਦੀ ਹੈ, ਠੀਕ ਹੈ। ਸੋ ਇਹ ਵੀ ਇੱਕ ਫੈਕਟਰ। ਫਿਊਚਰ ਫਾਈਨੈਂਸ਼ੀਅਲ ਰਿਕੁਆਇਰਮੈਂਟ, ਕੰਪਨੀ ਆਪਣੇ ਪੈਸੇ ਨਾਲ ਕੀ ਫਿਊਚਰ ਫਾਈਨੈਂਸ਼ੀਅਲ ਰਿਕੁਆਇਰਮੈਂਟਸ ਪੂਰੀਆਂ ਕਰਨਾ ਚਾਹੁੰਦੀ ਹੈ। ਹੁਣ ਦੇਖੋ ਜੇ ਕੰਪਨੀ ਦੀ ਆਪਣੀਆਂ ਹੀ ਫਾਈਨੈਂਸ਼ੀਅਲ ਰਿਕੁਆਇਰਮੈਂਟ ਬਹੁਤ ਆ ਤਾਂ ਉਹ ਆਪਣੇ ਸ਼ੇਅਰ ਹੋਲਡਰਸ ਨੂੰ ਡਿਵੀਡੈਂਡ ਘੱਟ ਦਊਗੀ, ਲੇਕਿਨ ਅਗਰ ਕੰਪਨੀ ਵੈਲ ਐਂਡ ਬੀਇੰਗ ਬਹੁਤ ਅੱਛੀ ਇਸਟੈਬਲਿਸ਼ ਹੋ ਚੁੱਕੀ ਆ ਦੈਨ ਉਸ ਕੇਸ ਦੇ ਵਿੱਚ ਫਿਰ ਉਹਨਾਂ ਨੇ ਆਪਣੀ ਡਿਵੀਡੈਂਡ ਪਾਲਿਸੀ ਉਸ ਅਕੋਰਡਿੰਗਲੀ ਫਰੇਮ ਕੀਤੀ ਹੋਊਗੀ। ਉਸ ਤੋਂ ਬਾਅਦ ਹੈਗਾ ਜੀ ਗਵਰਨਮੈਂਟ ਦੀ ਇਕਨੋਮਿਕ ਪਾਲਿਸੀਜ਼, ਟੈਕਸੇਸ਼ਨ ਪਾਲਿਸੀਜ਼। ਦੇਖੋ ਜੀ ਗਵਰਨਮੈਂਟ ਪਲੇਜ਼ ਐਨ ਇੰਪੋਰਟੈਂਟ ਰੋਲ, ਠੀਕ ਹੈ ਨਾ। ਗਵਰਨਮੈਂਟ ਦੇ ਅਕੋਰਡਿੰਗਲੀ ਤਾਂ ਤੁਹਾਨੂੰ ਚੱਲਣਾ ਹੀ ਪੈਂਦਾ ਜੇ ਤੁਸੀਂ ਇਸ ਇੰਡਸਟਰੀ 'ਚ ਸਰਵਾਈਵ ਕਰਨਾ। ਸੋ ਗਵਰਨਮੈਂਟ ਦੀਆਂ ਕੁਝ ਪਾਲਿਸੀਜ਼ ਵੀ ਡਿਵੀਡੈਂਡ ਨੂੰ ਇਫੈਕਟ ਕਰਦੀਆਂ ਨੇ। ਮਹਿੰਗਾਈ ਡਿਵੀਡੈਂਡ ਨੂੰ ਇਫੈਕਟ ਕਰਦੀ ਆ, ਇਨਫਲੇਸ਼ਨ ਰੇਟ ਜੋ ਸਾਡਾ ਹੈਗਾ। ਕੰਟਰੋਲ ਆਬਜੈਕਟਿਵ, ਦੇਖੋ ਕਹਿੰਦਾ ਅਗਰ ਕੋਈ ਕੰਪਨੀ ਵੈਨ ਏ ਕੰਪਨੀ ਪੇ ਹਾਈ ਡਿਵੀਡੈਂਡ ਇਟ ਮੇ ਰਿਜ਼ਲਟ ਇਨ ਡਿਲੂਸ਼ਨ ਆਫ ਬੋਥ ਕੰਟਰੋਲ ਐਂਡ ਅਰਨਿੰਗ ਫॉर द एग्जिस्टिंग शेयर होल्डर। High dividend payout ratio and retained earning are insignificant. The company will have to issue new share to raise fund to finance its requirement. The control of existing shareholder will be diluted if the fund to finance its future requirement। देखो जी ਜਿਹੜੀ ਕੰਪਨੀ ਚਾਹੁੰਦੀ ਹੈ ਕਿ ਕੰਟਰੋਲ ਮੇਰੇ ਹੱਥਾਂ 'ਚ ਰਵੇ, ठीक है ना, वो ज़्यादा डिविडेंड पे नहीं करूँगी, ज़्यादा इक्विटी शेयर इशू नहीं करूँगी, क्योंकि जिन्ने ज़्यादा तुसी इक्विटी शेयर इशू करोगे उन्ने ही बंदे तुहाडे नाल जुड़नगे, जिन्ना कंट्रोल वंडिया जाऊगा उन्ने ही तुसी खराब होवोगे। समझ गए ना। सो
अगर कोई कंपनी चाहती है कि कंट्रोल मेरे हत्थों च रहे तो वो इक्विटी शेयर होल्डर्स भी घट रखूगी, लिमिटेड रखूगी, तो डिविडेंड पे आउट रेशियो भी घट देनी पऊगी। ठीक है। उस तो बाद हैगा वा रिक्वायरमेंट ऑफ द इंस्टीट्यूशनल इन्वेस्टर। बेटे दो तरह के इन्वेस्टर्स होंगे ने, एक तो ਆਪਾਂ नॉर्मल इन्वेस्टर्स आ, इंस्टीट्यूशनल मतलब ਜਿਹੜੀਆਂ फाइनैंशियल कॉरपोरेशनस ने जिन्हों ने थोड़ी कंपनी ਦੇ ਵਿੱਚ पैसा, ਹੁਣ ਉਹਨਾਂ ਦੀਆਂ ਕੀ ਰਿਕੁਆਇਰਮੈਂਟਸ ਨੇ, ਉਹ ਕਿੱਦਾਂ ਆਪਣੀ ਫਾਰਮ ਦੇ ਵਿੱਚ ਡਿਵੀਡੈਂਡ ਚਾਹੁੰਦੇ ਨੇ, ਉਹ ਵੀ ਤੁਹਾਡੀ ਡਿਵੀਡੈਂਡ ਪਾਲਿਸੀ ਨੂੰ ਇਫੈਕਟ ਕਰਦਾ। ਉਹ ਰੈਗੂਲਰ ਚਾਹੁੰਦੇ ਨੇ, ਉਹ ਸਾਲ ਦੇ ਐਂਡ ਤੇ ਇੱਕ ਲੰਪਸਮ ਚਾਹੁੰਦੇ ਨੇ। ਦੋ ਤਰ੍ਹਾਂ ਦੇ ਇਨਵੈਸਟਰਸ ਹੋ ਗਏ ਨਾ, ਇੱਕ ਤਾਂ ਆਪਾਂ ਹੋ ਗਏ, ਇੱਕ ਇੰਸਟੀਟਿਊਸ਼ਨਲ ਇਨਵੈਸਟਰਸ। ਠੀਕ ਹੈ। स्टेबिलिटी ऑफ डिविडेंड इज अनदर इंपॉर्टेंट फैक्टर। देखो स्टेबिलिटी ऑफ डिविडेंड का मतलब कि अगर तुम डिविडेंड स्टेबल देना, देर आर वेरीअस पॉलिसीज, हम आप अगे करांगे भी कि स्टेबल पॉलिसीज होंदियां ने, ठीक है ना, रैगूलर पॉलिसीज होंदियां ने, इररैगूलर पॉलिसीज होंदियां ने। सो ये सारियां जिहड़ियां पॉलिसीज ने थोड़े डिविडेंड के डिसीजन को इफैक्ट करदियां ने। ठीक है। उस तो बाद लिक्विड रिसोर्सिस, अगर कंपनी के कोल लिक्विड रिसोर्सिस हैगे ने, ठीक है ना, then company कहना the dividend policy of the firm is also influenced by the liquid resources. Having sufficient profit to declare dividend yet may not be desirable to pay dividend if doesn't have the liquid resources। देखो जी, अगर कोई कंपनी दे कोल liquid resources आ जिहड़े ਉਹ घट ने, then कंपनी ਨੂੰ suggest नहीं किया जाता dividend pay out। अगर कंपनी कोल dividend resources बहुत ने, then उस केस दे विच ਉਹਨਾਂ ਨੂੰ प्रोवाइड करना चाहिए। अगर थोड़े को लिक्विड बहुत ज़्यादा पैसा हैगा वा, दैन उस केस दे विच तुहानूं डिविडेंड ज़्यादा तो ज़्यादा पवे। सो ये सारे फैक्टर्स ने, बहुत ईजी ने। लिक्विड का मतलब होंदा अगर थोड़े को अबंडेंस च कैश अवेलेबल हैगा। ठीक है। उस तो बाद इस तो बाद आंदा जी टाइप्स ऑफ डिविडेंड पॉलिसीज, ये भी इहदा पार्ट ही है। कंपनीज कई तरह दी डिविडेंड पॉलिसीज करदियां। एक हुंदा रैगूलर डिविडेंड पॉलिसीज। देखो जी नाम तो ही सजैसट हो रहा रैगूलर डिविडेंड पॉलिसीज। रैगूलर मतलब इहदे च तुहानूं एक पर्टिकुलर डिविडेंड रैगूलर बेस ते दिता जाता, एक पर्टिकुलर डिविडेंड रैगूलर बेस ते दिता जाता। ठीक है। ठीक है। द इन्वेस्टर सच एज रिटायर्ड, ये मतलब ये वो बंदे चाहते होंगे ने जिन्हों की रिटायरमेंट हो गई है, ये वो इन्वेस्टर्स होंगे ने जिन्होंने अपना पैसा इस शर्त दे दिता वा कि तुसीं सानूं रैगूलरली रिटर्न दोगे। ठीक है। ये वो बंदे आ जाते हैं। ये चाहे तुसीं रैगूलर एक पर्टिकुलर कह सकते हो कि इट इज़ रैगूलर डिविडेंड कैन बी मेनटेन ओनली बाय द कंपनी ऑफ लॉन्ग स्टैंडिंग एंड स्टेबल अर्निंग। रैगूलर डिविडेंड सिर्फ वही कंपनियां दे सकदियां ने जिहड़ियां कई सालों तो काम कर रही ने तो उन्होंने अर्निंग स्टेबल है। एक हुंदा स्टेबल डिविडेंड पॉलिसी। बेटे देखो रैगूलर दे विच मतलब हुंदा एक पर्टिकुलर अमाउंट तुसीं देना, स्टेबल दे विच मतलब हुंदा तुसीं डिविडेंड देना। ठीक है ना। कहना स्टेबल मीन्स कंसिस्टेंसी और लैक ऑफ वेरिएबिलिटी इन द टर्म्स ऑफ डिविडेंड पेमेंट। इन मोर प्रिसाइज इट मीन्स पेमेंट ऑफ अ सर्टेन मिनिमम अमाउंट ऑफ डिविडेंड रेगुलरली। इस स्टेबल डिविडेंड पॉलिसी में भी इस्टैबलिश इन एनी फॉर्म। देखो जी स्टेबल डिविडेंड की हो सकता है, तुसीं डिविडेंड पर शेयर फिक्स कर दोगे कि मैं तुहानूं हमेशा 10 रुपये पर शेयर डिविडेंड दूंगा। ठीक है। मैं दोबारा रिपीट करदा, मैं गलत कह गया। रैगूलर डिविडेंड की होंदा कि तुहानूं डिविडेंड मिलूगा लेकिन उहदा अमाउंट फिक्स नहीं होंदा, मिलूगा रैगूलरली। लेकिन स्टेबल दे विच तुहानूं उन्होंने डिविडेंड पर शेयर, डिविडेंड पे आउट रेशो या स्टेबल पर रुपीज़ प्लस एक्सट्रा डिविडेंड, ये सारियां पहले ही फिक्स कर दित्तियां होंदियां कि तुहानूं इन्ना पर शेयर मिलूगा ही मिलूगा। इहनूं स्टेबल कहते हैं। ठीक है। रैगूलर दे विच मिलूगा जरूर लेकिन अमाउंट फिक्स नहीं होंदा। उस तो बाद होंदी है जी पॉलिसी इररैगूलर। ये कदे जो कंपनी को प्रॉफिट हैगा वा तो कंपनी डिविडेंड दे दूगी, नहीं तो नहीं दूगी। उस तो बाद नो डिविडेंड पॉलिसी, ये वो पॉलिसी होंदी है जिहदे डिविडेंड मिलता ही नहीं। ठीक है ना, कंपनी डिविडेंड प्रोवाइड ही नहीं करती। ये पता की होंदा बेसिकली ये वो शेयर्स होंदे ने, ये पहला ही क्या होंदा कि असीं डिविडेंड नहीं देवांगे, तुहानूं बेचांगे सस्ते, तुहाडे तो खरीदांगे महंगे, सिर्फ वो प्रॉफिट ही आप गेन करना। जो मैं बेचा 90 रुपए का, जो मैं थोड़े तो वापस लूँगा मैं 100 रुपया दूंगा, मतलब 10 रुपए का थोड़ा प्रॉफिट होगा। ये वो शेयर्स होंगे ने, ये पहले ही कमिटमेंट हुई होंगी है। नहीं तो कोई भी इन्वेस्टर्स मूर्ख नहीं हैगा कि वो इदां दे शेयर्स पैसा लगाओ। है जी। रैगूलर का मतलब, इररैगूलर का मतलब जो कंपनी की प्रॉफिट हैगा वा दे देंगे, नहीं तो नहीं देवांगे। ठीक है ना, इररैगूलर होंदा राजे ये। ठीक है ना। उस तो बाद बेटे लास्ट जिहड़ा इहदे विच क्वेश्चन पूछ लिया जाता वो हैगा फॉर्म्स ऑफ डिविडेंड, कि डिविडेंड किहड़ी फॉर्म च दिता जाता। एक तो होंदा राजे कैश डिविडेंड। अ कैश डिविडेंड इज यूजुअली मैथड ऑफ पेइंग डिविडेंड। पेमेंट ऑफ डिविडेंड इन कैश रिजल्ट इन आउटफ्लो ऑफ फंड एंड रिड्यूस द कंपनीज नेट वर्थ, दो द शेयर होल्डर गेट एन अपॉर्चुनिटी टू इन्वेस्ट इन द कैश इन एनी मैनर दे डिजायर। दिस इज वाई द ऑर्डनरी शेयर होल्डर प्रेफर टू रिसीव डिविडेंड इन कैश। नाम तो ही पता लगता वा राजे कैश डिविडेंड।
ठीक है। ਇਹਦੇ ਚ ਤੁਹਾਨੂੰ ਜਿਹੜਾ ਡਿਵੀਡੈਂਡ ਪ੍ਰੋਵਾਈਡ ਕੀਤਾ ਜਾਊਗਾ ਉਹ ਕੈਸ਼ ਚ ਕੀਤਾ ਜਾਊ। ਦੂਜਾ ਹੁੰਦਾ ਜੀ ਸਕ੍ਰਿਪ ਡਿਵੀਡੈਂਡ ਜਾਂ ਬੌਂਡ ਡਿਵੀਡੈਂਡ। ਇਹਦੇ ਚ ਕੀ ਹੁੰਦਾ ਵਾ, ਕਹਿੰਦਾ ਅ ਸਕ੍ਰਿਪ ਡਿਵੀਡੈਂਡ ਟੂ ਪੇ ਦ ਸ਼ੇਅਰ ਹੋਲਡਰ ਐਟ ਅ ਫਿਊਚਰ ਸਪੈਸੀਫਿਕ ਡੇਟ in case company doesn't have sufficient fund to pay dividend it may issue notes and bonds। ਇਹਦੇ ਚ ਕੀ ਹੁੰਦਾ ਵਾ ਕਿ ਤੁਹਾਨੂੰ ਕੈਸ਼ ਡਿਵੀਡੈਂਡ ਨਾ ਦੇ ਕੇ ਤੁਹਾਨੂੰ ਕੰਪਨੀ ਦੇ ਬੌਂਡਸ, ਨੋਟਸ, ਜਿਨ੍ਹਾਂ ਨੂੰ ਆਪਾਂ ਡਿਬੈਂਚਰ ਸੌਰਟ ਆਫ ਕਹਿ ਦਿੰਦੇ ਆ, ਉਹ ਤੁਹਾਨੂੰ ਪ੍ਰੋਵਾਈਡ ਕਰ ਦਿੱਤੇ ਜਾਂਦੇ ਨੇ ਡਿਵੀਡੈਂਡ ਦੇ ਤੌਰ ਤੇ, ਕੈਸ਼ ਨਹੀਂ ਦਿੱਤਾ ਜਾਂਦਾ। ਤੀਜਾ ਜਿਹਨੂੰ ਸਕ੍ਰਿਪ ਡਿਵੀਡੈਂਡ। ਤੀਜਾ ਹੁੰਦਾ ਪ੍ਰੋਪਰਟੀ ਡਿਵੀਡੈਂਡ ਆਰ ਪੇਡ ਇਨ ਦਾ ਫਾਰਮ ਆਫ ਸਮ ਐਸਟ ਅਦਰ ਦੈਨ ਕੈਸ਼। ਇਹਦੇ ਚ ਕੀ ਆ ਕਿ ਤੁਹਾਨੂੰ ਕੋਈ ਕੰਪਨੀ ਦਾ ਐਸਟ ਦੇ ਦਿੱਤਾ ਜਾਂਦਾ ਜਾਂ ਉਹਦਾ ਲੀਅਨ ਦੇ ਦਿੱਤਾ ਜਾਂਦਾ, ਉਹਦੀ ਓਨਰਸ਼ਿਪ ਦੇ ਦਿੱਤੀ ਜਾਂਦੀ ਆ, ਉਹਦਾ ਰਾਈਟ ਦੇ ਦਿੱਤਾ ਜਾਂਦਾ ਪ੍ਰੋਪਰਟੀ ਦਾ ਕਿ ਤੁਹਾਨੂੰ ਐਜ਼ ਅ ਡਿਵੀਡੈਂਡ ਅਸੀਂ ਆਹ ਚੀਜ਼ ਦੇ ਦਿੰਦੇ ਹਾਂ, ਇਹਨੂੰ ਕਾਇੰਡ। ਬਟ ਇਹ ਚ ਕੈਸ਼ ਐਸਟ ਨੂੰ ਛੱਡ ਕੇ ਉਹ ਚੀਜ਼ ਹੁੰਦੀ। ਇਹਦਾ ਹੈਗਾ ਜੀ ਪ੍ਰੋਪਰਟੀ ਡਿਵੀਡੈਂਡ। ਲਾਸਟ ਹੈਗਾ ਜੀ ਸਟਾਕ ਡਿਵੀਡੈਂਡ। ਸਟਾਕ ਡਿਵੀਡੈਂਡ ਮੀਨਸ ਦਾ ਇਸ਼ੂ ਆਫ ਬੋਨਸ ਸ਼ੇਅਰ ਟੂ ਦਾ ਐਗਜ਼ਿਸਟਿੰਗ ਸ਼ੇਅਰ ਹੋਲਡਰ। ਇਹਦੇ ਚ ਕੀ ਹੁੰਦਾ ਕਿ ਤੁਹਾਨੂੰ ਡਿਵੀਡੈਂਡ ਦੇ ਤੌਰ ਦੇ ਉੱਤੇ ਸ਼ੇਅਰਸ ਹੀ ਦੇ ਦਿੱਤੇ ਜਾਂਦੇ ਨੇ ਫ੍ਰੀ ਚ, ਇਹਨੂੰ ਕਹਿੰਦੇ ਨੇ ਸਟਾਕ। ਸੋ ਪਹਿਲਾ ਕੈਸ਼ ਡਿਵੀਡੈਂਡ ਦਿੱਤਾ, ਕੈਸ਼ ਡਿਵੀਡੈਂਡ। ਦੂਜਾ ਡਿਵੀਡੈਂਡ ਆਪਾਂ ਦਿੱਤਾ ਬੌਂਡਸ, ਮਤਲਬ ਡਿਬੈਂਚਰ ਵਗੈਰਾ ਦੇ ਦਿੱਤੇ ਜਾਂਦੇ ਨੇ। ਤੀਜਾ ਹੈਗਾ ਪ੍ਰੋਪਰਟੀ ਯਾਨੀ ਕਿ ਐਸਟ ਵਗੈਰਾ, ਉਹਦਾ ਰਾਈਟ ਲੀਅਨ ਵਗੈਰਾ ਦੇ ਦਿੱਤਾ ਜਾਂਦਾ। ਚੌਥਾ ਹੈਗਾ ਸਟਾਕ ਡਿਵੀਡੈਂਡ, ਜਦੋਂ ਤੁਹਾਨੂੰ ਸ਼ੇਅਰਸ ਦੇ ਦਿੱਤੇ ਜਾਂਦੇ। ਸੋ ਇਹ ਕੁਐਸਚਨ ਸੀਗਾ ਬੇਟੇ, ਪਹਿਲਾ ਕੁਐਸਚਨ ਜਿਹੜਾ ਡਿਵੀਡੈਂਡ ਚੈਪਟਰ ਚੋਂ ਬਣਦਾ ਵਾ ਕਿ ਵਾਟ ਆਰ ਦਾ ਵੇਰੀਅਸ ਡਿਟਰਮੀਨੈਂਟਸ, ਵਾਟ ਆਰ ਦਾ ਵੇਰੀਅਸ ਟਾਈਪਸ ਐਂਡ ਵਾਟ ਆਰ ਦਾ ਵੇਰੀਅਸ ਫਾਰਮਸ ਆਫ ਡਿਵੀਡੈਂਡ। ਥੈਂਕ ਯੂ ਸੋ ਮਚ।